ਅੱਜ ਜਵਾਨ ਭੈਣਾਂ ਭਰਾਵਾਂ ਅੱਗੇ ਸੁਨਹਿਰੀ ਮੌਕਾ ਹੈ, ਗੋਲਡਨ ਓਪਰਚੁਨਿਟੀ ਹੈ। ਆਮੇਨ। ਆਪਣੇ ਆਪ ਨੂੰ ਸਿੱਧ ਕਰਨ ਦੀ, ਆਪਣੇ ਆਪ ਨੂੰ ਸਮਰਪਿਤ ਕਰਨ ਦੀ, ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪਣ ਦੀ ਔਰ ਆਪਣੇ ਆਪ ਨੂੰ ਪੂਰੀ ਆਗਿਆਕਾਰੀ ਅਧੀਨਤਾ 'ਚ ਲਿਆਉਣ ਦੀ, ਤਾਂ ਕਿ ਉਹ ਪਰਮੇਸ਼ਵਰ ਦੇ ਘਰ ਦੇ ਲਈ ਥੰਮ ਬਣ ਜਾਣ। ਕੀ ਤੁਸੀਂ ਆਪਣੇ ਬੱਚੇ ਜੋ ਹਨ, ਆਪਣੇ ਪਰਿਵਾਰ 'ਚ, ਆਪਣੇ ਫੈਮਿਲੀ 'ਚ ਥੰਮ ਬਣਾ ਰਹੇ, ਜਾਂ ਉਹ ਢਿੱਲੇ ਹੀ ਆ, ਲੂਜ਼, ਜਿੱਥੇ ਮਰਜ਼ੀ ਦੌੜੇ ਫਿਰਨ, ਘਰ 'ਚ ਜਿੱਦਾਂ ਦੀਆਂ ਮਰਜ਼ੀਆਂ ਆਦਤਾਂ ਹੋਣ ਔਰ ਜਿੱਦਾਂ ਦੀਆਂ ਆਦਤਾਂ ਉਹਨਾਂ ਦੀਆਂ ਘਰਾਂ 'ਚ ਹੋਣਗੀਆਂ, ਉਸੇ ਤਰ੍ਹਾਂ ਦਾ ਵਿਵਹਾਰ ਉਹਨਾਂ ਦਾ ਇੱਥੇ ਹੋਵੇਗਾ। ਜਦੋਂ ਤੁਹਾਡੇ ਬੱਚੇ ਇੱਥੇ ਮੋਬਾਈਲਾਂ ਦੇ ਨਾਲ ਬੈਠੇ ਹਨ, ਰੁਕਦੇ ਨਹੀਂ ਹਨ, ਇਹ ਦਿਖਾਉਂਦਾ ਕਿ ਤੁਸੀਂ ਉਹਨਾਂ ਨੂੰ ਕਦੇ ਨਹੀਂ ਦੱਸਿਆ ਕਿ ਪਰਮੇਸ਼ਵਰ ਦੇ ਘਰ 'ਚ ਜਦੋਂ ਜਾਣਾ ਕਿਵੇਂ ਬੈਠਣਾ ਹੈ, ਕਿੰਨਾ ਡਰ ਭੈ ਚਾਹੀਦਾ ਹੈ, ਕਿਵੇਂ ਤੁਰ ਕੇ ਆਉਣਾ ਹੈ, ਦੌੜਨਾ ਨਹੀਂ ਹੈ। ਨਬੀ ਨੇ ਕਿਹਾ ਜਦੋਂ ਬੱਚੇ ਚਰਚ ਵਿੱਚ ਦੌੜਦੇ ਹਨ, ਜਿੱਥੇ ਸਭਾ ਹੈ, ਦੌੜ ਭਜਾਈ ਕਰਦੇ ਹਨ, ਸੰਗਤੀ ਸਫਲ ਹੋਵੇਗੀ, ਇਹਦਾ ਭੁੱਲ ਜਾਓ। ਪਵਿੱਤਰ ਆਤਮਾ ਸੱਜਣ ਹੈ, ਪਵਿੱਤਰ ਆਤਮਾ ਦਿਆਲੂ ਹੈ, ਪਵਿੱਤਰ ਆਤਮਾ ਬਹੁਤ ਨਮਰ ਹੈ। ਉੱਡ ਕੇ ਚਲਾ ਜਾਂਦਾ ਹੈ। ਉਹਦੇ ਲਈ ਤਾਂ ਬੜੀ ਸੰਜੀਦਗੀ ਵਰਤਣੀ ਪੈਂਦੀ ਹੈ, ਉਹਦੇ ਲਈ ਤਾਂ ਬੜਾ ਡਰ ਭੈ 'ਚ ਬੈਠਣਾ ਪੈਂਦਾ ਹੈ, ਤਾਂ ਕਿ ਪਵਿੱਤਰ ਆਤਮਾ ਦੀ ਹਜ਼ੂਰੀ ਬਰਕਰਾਰ ਰਹੇ। ਜਦੋਂ ਸੌਣ ਦੀ ਬਹੁਤ ਉੱਚੀ ਆਵਾਜ਼ ਹੈ, ਜ਼ਰੂਰਤ ਤੋਂ ਜ਼ਿਆਦਾ, ਜੋ ਤੁਹਾਡੇ ਘਰਾਂ 'ਚ ਰਾਤ ਨੂੰ ਸੌਣ ਲੱਗੇ ਵੀ ਗੂੰਜਦੀ ਰਹਿੰਦੀ ਹੈ, ਕਿਉਂਕਿ ਬਹੁਤ ਸਾਰੇ ਟਿਸ਼ੂ ਕੰਨਾਂ ਦੇ ਜੋ ਹਨ ਸੁਣਨ ਵਾਲੇ, ਉਹ ਮਰ ਜਾਂਦੇ ਹਨ, ਡੈਮੇਜ ਹੋ ਜਾਂਦੇ ਹਨ, ਜੋ ਕਦੇ ਰਿਕਵਰ ਨਹੀਂ ਹੁੰਦੇ। ਜਦੋਂ ਕੰਨਾਂ ਦੇ ਟਿਸ਼ੂ ਅੰਦਰ ਮਰਦੇ ਆ, ਸੈੱਲ ਮਰਦੇ ਆ ਸੁਣਨ ਵਾਲੇ, ਉਹ ਰਿਪੇਅਰ ਨਹੀਂ ਹੁੰਦੇ। ਇਸ ਲਈ ਮੈਂ ਕਈ ਵਾਰੀ ਸੌਂਡ ਵਾਲੇ ਭਰਾਵਾਂ ਦਾ ਸੋਚਦਾ ਹਾਂ ਕਿ ਇੰਨੀ ਉੱਚੀ ਆਵਾਜ਼ 'ਚ ਉਹ ਕਿੱਦਾਂ ਬੈਠਦੇ ਹਨ, ਔਰ ਇਹਨਾਂ ਨੇ ਤਾਂ ਆਪਣੇ ਕੰਨ ਖਰਾਬ ਕਰ ਲੈਣੇ, ਔਰ ਉਹਨਾਂ ਨੂੰ ਆਦਤ ਵੀ ਉੱਚੀ ਆਵਾਜ਼ ਦੀ ਪੈ ਗਈ, ਕਿਉਂਕਿ ਉਹਨਾਂ ਨੂੰ ਸੁਣ ਕੇ ਹੈਬਿਟ ਬਣ ਗਈ ਹੈ। ਪਰ ਜਦੋਂ ਉੱਚੀ ਆਵਾਜ਼ ਆ, ਪਵਿੱਤਰ ਆਤਮਾ ਨਿਕਲ ਜਾਂਦਾ, ਉੱਡ ਕੇ ਚਲਾ ਜਾਂਦਾ ਹੈ। ਆਮੇਨ। ਸਮਝ ਲੱਗ ਗਈ ਇੰਨੀ ਕਿ ਬੱਚਿਆਂ ਨੂੰ ਥੰਬ ਬਣਾ ਰਹੇ, ਘਰਾਂ 'ਚ ਆਦਤਾਂ ਵਧੀਆਂ ਪਾ ਰਹੇ। ਮੈਂ ਦੇਖਦਾ ਜ਼ਿਆਦਾਤਰ ਬੱਚਿਆਂ ਨੂੰ ਮਿਲਦਾ, ਲੋਕ ਸਾਡੇ ਘਰਾਂ 'ਚ ਆਉਂਦੇ ਪਰਿਵਾਰਾਂ ਨਾਲ, ਕਈ ਵਾਰੀ ਬੱਚਿਆਂ ਦਾ ਦੇਖੀਦਾ ਤਾਂ ਉਹ ਤੋਂ ਪਤਾ ਲੱਗਦਾ ਮਾਂ ਬਾਪ ਨੇ ਕਿੰਨਾ ਕੰਮ ਕੀਤਾ ਇਹਨਾਂ ਤੇ। ਕੋਈ ਟੋਫੀ ਫੜੀ, ਜਿੱਥੇ ਮਰਜ਼ੀ ਖੋਲ ਲਿਆ, ਮੂੰਹ 'ਚ ਪਾਈ ਸੁੱਟ ਦਿੱਤਾ, ਜਿੱਥੇ ਮਰਜ਼ੀ ਜੋ ਚੀਜ਼ ਖਿਲਰੀ, ਔਰ ਕਿਸੇ ਨੇ ਘਰਾਂ 'ਚ ਬੂਟੇ ਲਾਏ, ਪੌਦੇ ਲਾਏ, ਉਹ ਸਭ ਪੱਤੇ ਤੋੜ ਦਿੱਤੇ, ਖਿੱਚ ਦਿੱਤੇ ਘਰ 'ਚ। ਘਰਾਂ 'ਚ ਪਤਾ ਹੁੰਦੇ ਪਾਦਰੀਆਂ ਦੇ ਬੱਚੇ। ਇਹ ਕੀ ਕੀਤਾ ਜਾ ਰਿਹਾ? ਛੋਟੀ ਛੋਟੀਆਂ ਗੱਲਾਂ ਹਨ ਜਿੱਥੇ ਤੁਸੀਂ ਧਿਆਨ ਦੇਣਾ ਹੈ। ਤੁਹਾਨੂੰ ਇਹ ਤਾਂ ਯਾਦ ਹੈ ਕਿ ਹੇਅਰ ਸਟਾਈਲ ਬੱਚਿਆਂ ਦਾ ਅੱਧਾ ਛਿੱਲਣਾ ਆ, ਉਹਨੂੰ ਤੁੱਤੇ ਵੱਡੇ ਰੱਖਣੇ ਆ। ਸਾਰੇ ਹੀ ਨਿਆਣੇ ਇਦਾਂ ਦੇ ਬੈਠੇ ਇੱਥੇ ਮੇਰੇ ਅੱਗੇ, ਇਹ ਤਾਂ ਪਤਾ ਹੈ। ਜੋ ਗਾਉਣ ਵਾਲੇ ਇੱਥੇ ਆਏ, ਮੈਂ ਦੇਖ ਰਿਹਾ ਸੀ, ਪ੍ਰਾਰਥਨਾ ਕਰ ਰਿਹਾ ਸੀ ਕਿ ਕਿੰਨਾ ਸੋਹਣਾ ਗਾਉਣਾ ਆਉਂਦਾ, ਕਿੰਨਾ ਵਧੀਆ ਗਾਉਂਦੇ ਹਨ। ਪਰ ਜੋ ਦਾੜੀ ਹੈ ਇੱਥੇ ਉਸ ਤਰ੍ਹਾਂ ਲਾਇਆ ਹੈ, ਇੱਥੇ ਚੰਗੀ ਤਰ੍ਹਾਂ, ਔਰ ਫਿਰ ਇੱਥੇ ਵੀ ਲਾਇਆ ਹੈ, ਔਰ ਇੱਥੇ ਉਸ ਤਰ੍ਹਾਂ ਲਗਾਉਣਾ, ਇੱਥੇ ਲਗਾਉਣਾ। ਇਹ ਤਾਂ ਦੁਨੀਆ 'ਚ ਰਿਵਾਜ ਚੱਲ ਰਿਹਾ ਹੈ। ਇਹ ਤਾਂ ਤਾਲਿਬਾਨ ਅੱਤਵਾਦੀਆਂ ਵਾਲੀ ਦਾੜੀ ਹੈ, ਇਹ ਤਾਂ ਟਰੱਕ ਡਰਾਈਵਰਾਂ ਵਾਲੀ ਹੈ, ਔਰ ਜਿਹਨੇ ਕੈਮਰਾ ਲਾਇਆ ਉਹਦਾ ਵੀ ਇਹੀ ਹਾਲ। ਜਿਹਨੇ ਇੱਥੇ ਗੀਤ ਗਾਇਆ, ਭਾਈ ਨੇ ਬਹੁਤ ਸੋਹਣਾ, ਮੈਂ ਪ੍ਰਭਾਵਿਤ ਸੀ ਜੋ ਗੀਤ ਗਾਇਆ ਗਿਆ, ਕਮਾਲ ਦਾ ਗਾਇਆ ਗਿਆ ਔਰ ਟਿਕ ਕੇ ਗਾਇਆ ਗਿਆ। ਪਰ ਜ਼ਿੰਦਗੀ ਟਿਕੀ ਹੋਈ ਨਹੀਂ ਹੈ। ਆਮੇਨ। ਮੈਨੂੰ ਯਾਦ ਆ ਬਹੁਤ ਪੁਰਾਣੀ ਗੱਲ ਕਿ ਮੈਂ ਬਹੁਤ ਝਿੜਕਦਾ ਬੱਚਿਆਂ ਨੂੰ, ਕਈ ਕੁਛ ਕਰਦਾ ਸੀ, ਤਾਂ ਮੈਨੂੰ ਕਿਸੇ ਭਾਈ ਨੇ ਕਿਹਾ, ਸੇਵਕਾਂ ਨੇ,
ਇੱਥੇ ਹੀ ਆ ਬੈਠੇ। ਕੋਈ ਨਹੀਂ ਕਹਿੰਦੇ ਤੁਸੀਂ ਉਹ ਰੌਲਾ ਪਾ ਰਹੇ, ਤੁਸੀਂ ਕਹਿ ਰਹੇ ਤੁਹਾਡੇ ਲਈ ਸੌਖਾ ਆ। ਜਦੋਂ ਤੁਹਾਡੇ ਬੱਚੇ ਵੱਡੇ ਹੋਏ ਫਿਰ ਤੁਸੀਂ ਕਹਿਣੋਂ ਹਟ ਜਾਣਾ। ਤਾਂ ਮੈਂ ਤੁਸੀਂ ਦੇਖਿਆ ਨਹੀਂ ਹਟਿਆ, ਕਿਉਂਕਿ ਮੈਂ ਬੱਚਿਆਂ ਤੇ ਕੰਮ ਕੀਤਾ, ਮੈਂ ਉਹਨਾਂ ਨੂੰ ਥੰਮ ਬਣਾਇਆ। ਔਰ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਮੈਂ ਬੱਚੇ ਆਪਣੇ ਨਾਲ ਬਾਈਬਲ ਦੀ ਡਿਸਕਸ ਕਰਦਾ ਕਿ ਉਹਨੂੰ ਜ਼ਿਆਦਾ ਪਤਾ ਹੈ ਔਰ ਮੈਂ ਸਿੱਖ ਸਕਦਾ ਕੁਝ, ਕਿ ਗੱਲ ਕਰ ਸਕਦਾ, ਕਿ ਬਾਈਬਲ ਦੇ ਗਹਿਰੇ ਟੌਪਿਕ ਤੇ ਡਿਸਕਸ ਕਰ ਸਕਦਾ। ਅੱਗੇ ਉਹ ਸਮਝ ਰਿਹਾ ਆ ਔਰ ਉਹ ਮੈਨੂੰ ਹੋਰ ਉਹਦਾ ਐਂਗਲ ਦੱਸ ਰਿਹਾ ਆ। ਸੋ ਕੰਮ ਕਰਨਾ ਪੈਣਾ ਆ, ਹਟਣਾ ਨਹੀਂ, ਕੰਮ ਕਰਨਾ ਆ। ਔਰ ਉਦੋਂ ਹੀ ਮੈਂ ਉਸ ਭਾਈ ਨੂੰ ਭੁੱਲ ਗਿਆ ਹੋਣਾ, ਚੇਤਾ ਉਹਨੇ ਕਿਹਾ ਮੈਨੂੰ, ਪਰ ਮੇਰੇ ਬੱਚੇ ਬਹੁਤ ਛੋਟੇ ਸੀ, ਮੈਂ ਕਦੀ ਨਹੀਂ ਭੁੱਲਿਆ। ਮੈਂ ਕਿਹਾ ਕਿ ਪ੍ਰਭੂ ਭਾਈ ਦੇ ਰਾਹੀਂ ਤੂੰ ਬੋਲਿਆ ਔਰ ਆਮੇਨ, ਔਰ ਮੈਂ ਬੱਚਿਆਂ ਤੇ ਕੰਮ ਕਰੂੰਗਾ। ਹਾਲੇਲੂਇਆ, ਆਮੇਨ। ਜੇ ਅਸੀਂ ਕੰਮ ਕਰ ਲਿਆ ਬੱਚਿਆਂ ਦਾ ਤਾਂ ਡਰ ਨਹੀਂ ਹੋਏਗਾ ਕਿ ਨਸ਼ੇ 'ਚ ਨਾ ਚੱਲ ਜਾਵੇ, ਡਰ ਨਹੀਂ ਹੋਵੇਗਾ ਵਿਗੜ ਨਾ ਜਾਵੇ। ਕੰਮ ਅਸੀਂ ਕਰਦੇ ਨਹੀਂ, ਸੁਸਤ ਇੰਨੇ ਆ, ਬੱਚਿਆਂ ਦਾ ਟਾਈਮ ਨਹੀਂ ਬਤੀਤ ਕਰਦੇ, ਬੱਚਿਆਂ ਨਾਲ ਬੈਠਦੇ ਨਹੀਂ ਆ, ਬੱਚਿਆਂ ਦਾ ਸਮਝਾਉਣ ਲਈ, ਟ੍ਰੇਨ ਕਰਨ ਲਈ, ਤਰਾਸ਼ਣ ਲਈ ਔਰ ਇੱਕ ਪਿੱਲਰ ਖੜਾ ਕਰਨ ਲਈ ਟਾਈਮ ਨਹੀਂ ਆ। ਇੱਥੇ ਮੈਂ ਦੇਖ ਰਿਹਾ ਸੀਗਾ ਕਿ ਇੱਥੇ ਬਿੱਲੇ ਚਲਾਏ ਭਾਈਆਂ ਨੇ ਰੀਬਨ ਦੇ ਔਰ ਬੱਚੇ ਚੁੱਕੇ, ਤਾਂ ਮੈਂ ਬੱਚਾ ਦੇਖਿਆ ਚੁੱਕਿਆ, ਭਾਈ ਨੂੰ ਦੇਖਿਆ, ਦੋਨਾਂ ਦੇ ਬਾਲਾਂ ਦੇ ਸਟਾਈਲ ਇੱਕੋ ਹੀ। ਦੋਨਾਂ ਦੀ ਕੋਈ। ਔਰ ਮੈਨੂੰ ਲੱਗਦਾ ਇਦਾਂ ਦਿਆਂ ਨੂੰ ਗਾਉਣ ਨਹੀਂ ਦੇਣਾ ਚਾਹੀਦਾ ਜੋ ਸਵਰਗ ਨੂੰ ਦੇਖਦੇ ਆ। ਇਹਨੂੰ ਡਬਲ ਸ਼ੇਡ ਕਹਿੰਦੇ ਆ। ਜਿੰਨੇ ਡਬਲ ਸ਼ੇਡ ਬਾਲ ਆ, ਇਹ ਬ੍ਰਦਰ ਬ੍ਰਾਨਹਾਮ ਨੇ ਨਰਕ 'ਚ ਦੇਖਿਆ ਸੀ। ਕੱਲਾ ਔਰਤਾਂ ਨਹੀਂ ਦੇਖੀਆਂ, ਹਰੇ ਇੱਥੇ ਕੀਤੀਆਂ ਅੱਖਾਂ ਔਰ ਪੀਲੀਆਂ ਕਾਲੀਆਂ ਕਿੰਨੀਆਂ ਨੀਲੀਆਂ, ਏਦਾਂ ਦੇ ਅਟਕਲ ਪੱਚੂ ਬਾਲ ਵੀ ਦੇਖੇ ਗਏ। ਔਰ ਨਰਕ ਉਸਨੇ ਕਿਹਾ ਬਾਹਰ ਨਿਕਲ ਕੇ ਲੋਕਾਂ 'ਚ ਆ ਗਿਆ। ਅਸੀਂ ਤਾਂ ਵੱਖਰੇ ਹੋਏ ਲੋਕਾਂ ਤੋਂ। ਅੱਜ ਤਾਂ ਪਰਮੇਸ਼ਰ ਦੀ ਹੈਕਲ 'ਚ ਆਏ। ਅੱਜ ਤਾਂ ਜਦੋਂ ਵਿਸ਼ਵਾਸੀ ਬਣੇ, ਪਤਰਸ, ਯਾਕੂਬ, ਯਹੋਨਾ ਵਾਂਗੂ ਪਰਮੇਸ਼ਰ ਦੇ ਘਰ ਦੇ ਵਿੱਚ ਉਹਦੀ ਹੈਕਲ 'ਚ ਥੰਮ ਬਣੇ ਆ। ਸਾਡੇ ਹੁਲੀਏ ਓਦਾਂ ਦੇ ਕਿਸ ਤਰ੍ਹਾਂ ਆ? ਸਾਡੇ ਬਾਲ ਏਦਾਂ ਦੇ ਛੱਤੇ ਜਿਹੇ ਕਿੱਦਾਂ ਹੋ ਸਕਦੇ ਆ? ਸਾਡੇ ਪਹਿਰਾਵੇ ਇਸ ਤਰ੍ਹਾਂ ਦੇ ਕਿੱਦਾਂ ਹੋ ਸਕਦੇ ਆ? ਸਾਡੀਆਂ ਭੈਣਾਂ ਕਿਉਂ ਕਿੱਦਾਂ ਇੱਥੇ ਬਲੀਚਿੰਗ ਕਰਦੀਆਂ ਔਰ ਹੋਰ ਤਰ੍ਹਾਂ ਦੇ ਮੂੰਹ ਦਿਸਦੇ ਬੈਠੀਆਂ ਹੋ ਸਕਦੀਆਂ? ਉਹ ਜੋ ਦਾਵਾ ਕਰਦੀਆਂ ਕਿ ਅਸੀਂ ਜੀਵਨ ਸਮਰਪਿਤ ਕੀਤੇ ਹਨ, ਉਹ ਜੋ ਇਹ ਦਾਵਾ ਕਰਦੇ ਕਿ ਅਸੀਂ ਆਪਣੇ ਪ੍ਰਭੂ ਦੇ ਨਾਲ ਪਿਆਰ ਕਰਦੇ ਹਾਂ, ਉਹ ਜਿਨ੍ਹਾਂ ਨੂੰ ਉਸਦੇ ਜ਼ਖਮਾਂ ਦਾ ਸਤਿਕਾਰ ਹੈ, ਆਦਰ ਹੈ, ਉਸਦੀ ਮਾਰ ਖਾਦੀ ਦਾ ਔਰ ਉਸਦੇ ਬੇਇੱਜ਼ਤ ਹੋਏ ਦੀ ਜਿਨ੍ਹਾਂ ਨੂੰ ਪਰਵਾਹ ਆ। ਦੁਨੀਆ ਦਾ ਰਚਣਹਾਰਾ ਨੰਗਾ ਟੰਗਿਆ ਗਿਆ ਸੜਕ ਦੇ ਕੰਢੇ ਉੱਤੇ ਕਿ ਲੋਕ ਲੰਘਦੇ ਉਹਨੂੰ ਦੇਖਣ, ਨੰਗਾ ਟੰਗਿਆ ਇੱਕ ਆਦਮੀ। ਇਹ ਫੋਟੋ 'ਚ ਯਾਰ ਕੱਪੜਾ ਜਲ ਭੇਟਿਆ। ਆਮੇਨ।